ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਸਾਰਿਆਂ ਦਾ ਸਵਾਗਤ ਹੈ ਜੀ। ਆਇਆਂ ਨੂੰ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਅੱਜ ਫਿਰ ਤੋਂ ਮੈਂ ਯਾਨੀ ਹਰਮਨਪ੍ਰੀਤ ਕੌਰ ਹਾਜ਼ਰ ਹੈ, ਨਾਲ ਨੇ ਰਮਨੀਕ ਕੌਰ ਜੀ। ਸੋ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਏ ਹਾਏ, ਏਦਾਂ ਦੀ ਸਤਿ ਸ਼੍ਰੀ ਅਕਾਲ ਕੀ ਹੋਇਆ? ਕੁਛ ਨਹੀਂ, ਬਸ ਜੀ ਜਾਣੀ ਲੱਗਦਾ, ਦੁਨੀਆ ਬੁਝੀ ਬੁਝੀ ਲੱਗਦੀ ਹੈ। ਏਦਾਂ ਲੱਗਦਾ ਹੈ ਜਿੱਦਾਂ ਬਸ ਜ਼ਿੰਦਗੀ ਜੀਣ ਦਾ ਮਕਸਦ ਹੀ ਨਹੀਂ ਰਹਿ ਗਿਆ ਕੋਈ। ਓਏ ਹੋਏ, ਇੰਨੀ ਧੂ ਕਾਲਜੇ ਪਾਉਣ ਵਾਲੀਆਂ ਗੱਲਾਂ ਕੀ ਸੁੱਖ ਸਾਂਦ ਹੈ? ਉਦਾਂ ਸਰੀਰਕ ਤੌਰ ਤੇ ਠੀਕ ਹੋ? ਸਿਹਤ ਨੂੰ ਤਾਂ ਨਹੀਂ ਕੋਈ ਸਮੱਸਿਆ ਨਾ? ਤੈਨੂੰ ਮੈਂ ਇੱਥੇ ਮਰੀ ਲੱਗਦੀ, ਮੇਰੇ ਇੱਥੇ ਡ੍ਰਿਪ ਲੱਗੀ। ਨਹੀਂ, ਮਤਲਬ ਜਿਹੋ ਜੀਆਂ ਗੱਲਾਂ ਕਰ ਰਹੇ ਹੋ ਬੁਝੀਆਂ ਵੀ ਕੁਛ ਚੰਗਾ ਹੀ ਨਹੀਂ ਲੱਗ ਰਿਹਾ, ਦੁਨੀਆ 'ਚ ਹੈ ਹੀ ਨਹੀਂ ਕੁਛ। ਮੈਂ ਕਿਹਾ ਸ਼ਾਇਦ ਕੋਈ ਬਹੁਤ ਵੱਡੀ ਸਮੱਸਿਆ ਖੜੀ ਹੋ ਗਈ ਆ। ਸਮੱਸਿਆ ਹੀ ਆ, ਹੋਰ ਇਸ ਤੋਂ ਵੱਡੀ ਸਮੱਸਿਆ ਕੀ ਹੋਵੇ? ਬੰਦਾ ਆਪਣੇ ਦਿਲ ਦਾ ਦੁੱਖ ਕਿੱਥੇ ਦੱਸੇ? ਮੈਨੂੰ ਤੂੰ ਦੱਸ, ਕਿੱਥੇ ਦੱਸੇ? ਤੁਸੀਂ ਮੈਨੂੰ ਦੱਸੋ। ਕੋਈ ਗੱਲ ਨਹੀਂ, ਆਪਾਂ ਗੱਲ ਜਿਹੜੀ ਹੈ ਉਹ ਅੱਗੇ ਵੀ ਜਾਰੀ ਰੱਖਦੇ। ਪਹਿਲਾਂ ਮੈਂ ਤੁਹਾਨੂੰ ਗਾਣਾ ਸੁਣਾਉਣੀ, ਸ਼ਾਇਦ ਮੂਡ ਤੇ ਕੋਈ ਫਰਕ ਪੈ ਜਾਏ। ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ? ਪ੍ਰੋਗਰਾਮ ਚੱਲ ਰਿਹਾ ਨਜ਼ਰੀਆ। ਨਾ ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ, ਤੇਰੇ ਬਹੁਤ ਦੰਦ ਨਿਕਲਦੇ। ਪੜਿਆ ਲਿਖਿਆ ਦਾ ਹਾਸਾ ਹੈ। ਮੈਨੂੰ ਇਹ ਦੱਸੋ ਸਮੱਸਿਆ ਕੀ ਆ? ਆਪਾਂ ਮਿਲ ਕੇ ਬੈਠ ਕੇ ਸਮੱਸਿਆ ਦਾ ਹੱਲ ਕੱਢਦੇ ਆਂ। ਤੈਨੂੰ ਲੱਗਾ ਗਾਣਾ ਸੁਣਾਏ ਕਿ ਮੇਰਾ ਮੂਡ ਠੀਕ ਹੋ ਜਾਊ? ਮੈਨੂੰ ਲੱਗਿਆ ਸੀ ਵੀ ਸ਼ਾਇਦ ਗਾਣਾ ਸੁਣਨ ਦੇ ਨਾਲ ਕੋਈ ਮੂਡ 'ਚ ਫਰਕ ਪੈ ਜਾਊਗਾ, ਪਰ ਨਹੀਂ ਪਿਆ। ਇਸ ਲਈ ਮੈਨੂੰ ਲੱਗਦਾ ਹੈ ਕਿ ਸਮੱਸਿਆ ਕੋਈ ਗੰਭੀਰ ਹੈ। ਤੁਸੀਂ ਸਮੱਸਿਆ ਦੱਸੋ, ਮੈਂ ਕੋਸ਼ਿਸ਼ ਕਰੂੰਗੀ ਉਹਦਾ ਹੱਲ ਕੱਢਣ ਦੀ। ਤੂੰ ਪਾਲਿਸੀਆਂ ਚੇਂਜ ਕਰਾ ਦਿੰਨੀ ਆ। ਪਾਲਿਸੀਆਂ? ਕਿਹੜੀਆਂ ਪਾਲਿਸੀਆਂ? ਹੈਲਥ ਪਾਲਿਸੀ? ਨਹੀਂ, ਹਾਂ ਯਾਰ ਆ ਪਾਲਿਸੀਆਂ ਕਿੱਦਾਂ ਦੀ ਪਾਲਿਸੀ ਆ? ਕੋਈ ਗੱਲ ਹੈਗੀ ਏ? ਉਹ ਘਬਰਾਓ ਨਾ ਭੈਣ ਜੀ, ਘਬਰਾਓ ਨਾ। ਇਹ ਸਿਰਫ ਭਾਰਤ ਦੀ ਪਾਲਿਸੀ ਆ, ਅਮਰੀਕਾ 'ਚ ਕੁਝ ਨਹੀਂ ਹੋਣ ਲੱਗਿਆ। ਅੱਛਾ, ਹਾਂ ਫੇਰ ਠੀਕ ਹੈ, ਮੈਨੂੰ ਸਾਹ ਆ। ਇਹ ਜਿਹੜੀਆਂ ਪਾਲਿਸੀਆਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਭਾਰਤ ਸਰਕਾਰ ਦੀਆਂ ਪਾਲਿਸੀਜ਼ ਨੇ, ਤੇ ਇਹਨਾਂ ਪਾਲਿਸੀਜ਼ ਦਾ ਕਰਕੇ ਕੱਲੇ ਤੁਸੀਂ ਨਹੀਂ, ਬਹੁਤ ਸਾਰੇ ਲੋਕਾਂ ਦੇ ਮੂੰਹ ਉੱਡੇ ਹੋਏ ਨੇ। ਸੋ ਕੀ ਨੇ ਪਾਲਿਸੀਜ਼, ਇਹਦੇ ਉੱਪਰ ਵੀ ਆਪਾਂ ਵਿਚਾਰ ਕਰਨੀ ਹੈ। ਗਾਣਾ ਸੁਣ ਲਈਏ ਪਹਿਲਾਂ, ਫਿਰ ਹੁਣ? ਬਿਲਕੁਲ, ਹੁਣ ਤਾਂ ਸੁਣਨਾ ਪਊ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਨਾਲ ਹੈ ਹਰਮਨਪ੍ਰੀਤ ਕੌਰ ਤੇ ਹਰਮਨਪ੍ਰੀਤ ਕੌਰੇ ਜੀ। ਨਵੀਂ ਪਾਲਿਸੀ ਇੰਡੀਆ ਵਾਲਿਆਂ ਨੇ ਕੱਢ ਮਾਰੀ ਆ। ਹੁਣ ਇੰਡੀਆ ਵਾਲਿਆਂ ਦਾ ਗਿੱਚੀ ਫੜਨੀ, ਗੱਲ ਘੁੱਟਣਾ ਇਹਨਾਂ ਨੇ। ਕਹਿੰਦੇ ਖੁੱਲ ਕੇ ਬੋਲਣ ਤੋਂ ਪਹਿਲਾਂ 100 ਵਾਰ ਸੋਚੋ। ਬਿਲਕੁਲ, ਕਹਿੰਦੇ ਨੇ ਸੋਸ਼ਲ ਮੀਡੀਆ ਤੇ ਹੁਣ ਜੇ ਤੁਸੀਂ ਕੋਈ ਵੀ ਵਿਵਾਦਿਤ ਪੋਸਟ ਪਾਈ ਤੇ ਤੁਹਾਨੂੰ ਹੋ ਸਕਦੀ ਆ 5 ਸਾਲ ਦੀ ਜੇਲ੍ਹ। ਜਿਹੜਾ ਕੰਟੈਂਟ ਸਾਨੂੰ ਲੱਗਾ ਨਿਆਣਿਆਂ ਲਈ ਠੀਕ ਨਹੀਂ ਹੈ, ਪੇਰੈਂਟਸ ਉਹਨੂੰ ਬਲੌਕ ਕਰ ਸਕਣਗੇ। ਇਹ ਤੇ ਵਧੀਆ ਗੱਲ, ਇਹ ਚੰਗੀ ਚੀਜ਼ ਹੈ, ਇਹ 'ਚ ਕੋਈ ਮਾੜੀ ਗੱਲ ਨਹੀਂ ਹੈ। ਤੇ ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਹੈ ਕਿ ਤੁਹਾਡੇ ਕੋਲੋਂ ਆਧਾਰ ਨੰਬਰ ਵੀ ਮੰਗ ਸਕਦੀਆਂ ਸੋਸ਼ਲ ਮੀਡੀਆ ਕੰਪਨੀਆਂ। ਮੈਂ ਇੱਕ ਗੱਲ ਦੱਸ ਦਿੱਤੀ ਆ, ਮੈਂ ਨਹੀਂ ਆਪਣੇ ਆਧਾਰ ਕਾਰਡ ਦੀ ਫੋਟੋ ਦੇਣੀ, ਮੇਰੀ DP ਮੈਂ ਨਹੀਂ ਲਾਉਣੀ। ਭੈਣ ਜੀ ਮੁੜਿਆਓ, ਕਿਉਂ ਘਬਰਾ ਰਹੇ ਹੋ? ਕੋਈ ਮਤਲਬ ਹੈ? ਭਾਰਤ ਦੀਆਂ ਪਾਲਿਸੀਜ਼ ਨੇ ਇਹ। ਦੇਖੋ, ਅਸਲ ਦੇ ਵਿੱਚ ਸੋਸ਼ਲ ਮੀਡੀਆ, OTT, ਨਿਊਜ਼ ਪੋਰਟਲਸ ਤੇ ਉਹਦੇ ਲਈ ਕੇਂਦਰ ਸਰਕਾਰ ਨੇ ਨਵੀਆਂ ਜਿਹੜੀਆਂ ਗਾਈਡਲਾਈਨਸ ਨੇ ਜਾਰੀ ਕੀਤੀਆਂ ਨੇ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਕੰਪਨੀਆਂ ਤੁਹਾਡੇ ਤੋਂ ਵੈਰੀਫਿਕੇਸ਼ਨ ਦੇ ਲਈ ਜਿਹੜਾ ਆਧਾਰ ਨੰਬਰ ਹੈ ਉਹ ਮੰਗ ਸਕਦੀਆਂ ਨੇ, ਜੋ ਕਿ ਪ੍ਰਾਈਵੇਸੀ ਦੇ ਲਈ ਇੱਕ ਬਹੁਤ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ। ਤੇ ਇਸ ਚੀਜ਼ ਨੂੰ ਲੈ ਕੇ ਹੁਣ ਇੱਕ ਨਵੀਂ ਚਰਚਾ ਜਿਹੜੀ ਹੈ ਉਹ ਪੂਰੇ ਭਾਰਤ 'ਚ ਛਿੜ ਗਈ ਹੈ। ਪੰਜਾਬੀ ਰੇਡੀਓ USA ਤੇ ਸੁਣ ਰਹੇ ਹੋ ਜੀ ਪ੍ਰੋਗਰਾਮ ਨਜ਼ਰੀਆ, ਤੇ ਆਪਾਂ ਗੱਲ ਕਰ ਰਹੇ ਹਾਂ ਭਾਰਤ ਸਰਕਾਰ ਦੇ ਵੱਲੋਂ ਜਿਹੜੀਆਂ ਸੋਸ਼ਲ ਮੀਡੀਆ ਨੂੰ ਲੈ ਕੇ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹਦੇ ਬਾਰੇ 'ਚ। ਸੋ ਇਸ ਤੋਂ ਬਾਅਦ ਵਿੱਚ ਮੰਨਿਆ ਜਾ ਰਿਹਾ ਕਿਉਂਕਿ ਨਾ ਕੁਝ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਸੋਚਣ ਵਿਚਾਰਨ ਵਾਲੀਆਂ ਨੇ, ਕੁਝ ਕੁ ਝੋਲ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਇਹਦੇ ਵਿੱਚ। ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਕਹਿੰਦੇ ਨੇ ਵੀ ਜੇਕਰ ਕੋਈ ਵਿਵਾਦਿਤ ਪੋਸਟ ਪਾਈ ਗਈ ਤਾਂ 24 ਘੰਟਿਆਂ ਦੇ ਵਿੱਚ ਉਹਨੂੰ ਹਟਾਉਣਾ ਪਏਗਾ। ਤੇ ਪਹਿਲਾਂ
ਪਹਿਲਾਂ ਇਹਨੂੰ ਕਿਹਨੇ ਭੇਜਿਆ, ਕੀ ਸੋਰਸ ਹੈ, ਉਹਦੇ ਬਾਰੇ ਚ ਦੱਸਣਾ ਪਊਗਾ। ਯਾਨੀ ਕਿ ਜਿਹੜਾ ਮੈਨੂੰ ਉਹ ਮੈਸੇਜ ਆਉਂਦਾ ਮੇਰੀ ਭੂਆ ਵੱਲੋਂ ਹਾਂ ਕਿ 10 ਜਾਣਿਆਂ ਨੂੰ ਭੇਜੋ, ਸਵੇਰੇ ਇੱਕ ਸਮਾਚਾਰ ਵਧੀਆ ਪ੍ਰਾਪਤ ਹੋਊਗਾ, ਮੈਂ ਸਿੱਧਾ ਆਪਣੀ ਭੂਆ ਦਾ ਨੰਬਰ ਦੇ ਦੇਣਾ। ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ। ਇਹਨੂੰ ਲੈ ਕੇ ਸਭ ਤੋਂ ਵੱਡਾ ਝੋਲ ਜਿਹੜਾ ਨਜ਼ਰ ਆਇਆ ਉਹ ਇਹ ਹੈ, ਐਕਸਪਰਟਸ ਦਾ ਵੀ ਇਹ ਕਹਿਣਾ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਕਿ 24 ਘੰਟਿਆਂ ਦੇ ਵਿੱਚ ਉਸ ਪੋਸਟ ਨੂੰ ਹਟਾਉਣਾ ਪਊਗਾ, ਪਰ 24 ਘੰਟਿਆਂ ਦਾ ਸਮਾਂ ਬਹੁਤ ਲੰਮਾ ਸਮਾਂ ਹੈ, ਕਿਉਂਕਿ ਇੰਨੀ ਦੇਰ 'ਚ ਤਾਂ ਪੋਸਟ ਕਿਤੇ ਦੀ ਕਿਤੇ ਪਹੁੰਚ ਜੂਗੀ ਵਾਇਰਲ ਹੋ ਕੇ, ਤੇ ਫਿਰ ਉਹਨੂੰ ਬਾਅਦ 'ਚ ਹਟਾਉਣ ਦਾ ਫਾਇਦਾ ਕੀ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ, ਰਵਨੀਕ ਕੌਰ ਤੇ ਹਰਮਨਪ੍ਰੀਤ ਕੌਰ ਤੁਹਾਡੇ ਨਾਲ ਹੈ ਜੀ। ਔਰ ਅੱਜ ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਦੀ ਜਿਹੜੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਦੇਖੋ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ 53 ਕਰੋੜ WhatsApp ਦੇ ਯੂਜ਼ਰਸ ਨੇ, 41 ਕਰੋੜ Facebook ਦੇ, 21 ਕਰੋੜ Instagram ਦੇ ਤੇ 1.75 ਕਰੋੜ Twitter ਦੇ ਯੂਜ਼ਰਸ ਨੇ। ਇਹ ਵੈਸੇ ਦੇ ਵਿੱਚ ਹਾਂ ਇਹ ਟਵਿੱਟਰ ਵਾਲੇ ਤਾਂ ਮੈਨੂੰ ਲੱਗਦਾ ਹੁਣ ਕੀ ਵਧੇ ਹੋਣਗੇ, ਖਾਸ ਤੌਰ ਤੇ ਪੰਜਾਬ 'ਚ ਟਵਿੱਟਰ ਤੋਂ। ਹਾਂ ਕਿਉਂਕਿ ਪਹਿਲਾਂ ਲੋਕ ਜਿਹੜੇ ਇੰਨਾ ਟਵਿੱਟਰ ਨੂੰ ਖਾਸ ਤੌਰ ਤੇ ਪੰਜਾਬੀ ਜਿਹੜੇ ਨੇ ਉਹ ਇੰਨਾ ਨਹੀਂ ਸੀ ਤਵੱਜੋ ਦਿੰਦੇ ਜਿੰਨੀ ਹੁਣ ਦੇਣੀ ਸ਼ੁਰੂ ਕਰ ਦਿੱਤੀ ਹੈ। ਸੋ ਖੈਰ ਇਹ ਜਿਹੜੇ OTT ਤੇ ਡਿਜੀਟਲ ਨਿਊਜ਼ ਪਲੇਟਫਾਰਮਸ ਨੇ ਉਹਨਾਂ ਦੇ ਕਹਿੰਦੇ ਕੰਟੈਂਟ ਦੇ ਲਈ ਜਿਹੜੀਆਂ ਪ੍ਰੋਪਰ ਸ਼੍ਰੇਣੀਆਂ ਬਣਾਈਆਂ ਜਾਣਗੀਆਂ ਤੇ ਫਿਲਮਾਂ ਵਰਗੇ ਕੋਡਸ ਵੀ ਉਹਨਾਂ ਨੂੰ ਮਿਲਣਗੇ। ਸੋ ਹੁਣ ਕੁਝ ਵੀ ਪਾਉਣ ਤੋਂ ਪਹਿਲਾਂ 100 ਵਾਰ ਸੋਚਣਾ ਪਏਗਾ ਕਿ ਕਿਤੇ ਇਸ ਟਿੱਪਣੀ ਦੇ ਨਾਲ ਕੋਈ ਮਤਲਬ ਭੰਡੀ ਤਾਂ ਨਹੀਂ ਹੋ ਰਹੀ ਭਾਰਤ ਸਰਕਾਰ ਦੀ, ਜਾਂ ਫਿਰ ਕਿਸੇ ਧਰਮ ਨੂੰ, ਕਿਸੇ ਇਨਸਾਨ ਨੂੰ ਕੋਈ ਸਿੱਧੀ ਟਿੱਪਣੀ ਤਾਂ ਨਹੀਂ ਹੈ ਜਿਹਦੇ ਨਾਲ ਉਹਦਾ ਦਿਲ ਦੁਖ ਸਕਦਾ ਹੈ। ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਧਿਆਨ 'ਚ ਰੱਖੀਆਂ ਜਾਣਗੀਆਂ। ਹਰਮਨ ਕੌਰੇ ਇੱਥੇ ਮੈਨੂੰ ਇੱਕ ਹੋਰ ਝੋਲ ਦਿਖਾਈ ਦੇ ਰਿਹਾ। ਇੰਡੀਆ ਦੇ ਵਿੱਚ ਜੇ ਮੈਂ ਖਾਸ ਤੌਰ ਤੇ ਗੱਲ ਕਰਾਂ ਨਾ, ਇਹਨਾਂ ਨੇ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਸਰਕਾਰ ਵਿਰੋਧੀ ਪੋਸਟਾਂ ਹੋਣਗੀਆਂ ਉਹਨਾਂ ਦੇ ਉੱਪਰ ਤੇ ਐਨ ਕੈੜੀ ਅੱਖ ਰੱਖਣੀ ਹੈ। ਇਹ ਤਾਂ ਹੈ ਹੀ ਹੈ, ਤਾਂ ਹੀ ਤਾਂ ਅਗਲੇ ਨੇ ਸ਼ਿਕੰਜਾ ਕੱਸਿਆ ਹੈ ਨਾ। ਹੋਰ ਤੁਹਾਨੂੰ ਕੀ ਲੱਗਦਾ ਕਿ ਮੈਂ ਐਵੇਂ ਹੀ ਚਾਹ ਚੜਿਆ ਸੀ, ਐਵੇਂ ਹੀ? ਅੱਛਾ ਮੇਰੀ ਕੋਈ ਫੀਲਿੰਗ ਨਹੀਂ ਹੈ। ਹਾਂ ਸਾਡਾ ਕੁੱਤਾ ਤੇ ਪਾਣੀ ਪਿਆਓ ਨਾ। ਨਹੀਂ ਉਹ ਨਹੀਂ ਮੈਂ ਮਰ ਜਾऊं। ਹਾਂ ਕੀ ਕਰੂ ਮੈਂ, ਮਰ ਜਾऊं? ਨਹੀਂ ਮਰਨਾ ਹੀ ਪੈਣਾ ਆ, ਕਿਉਂਕਿ ਲੱਗਦਾ ਇਹ ਹੈ ਕਿ ਜਿਹੜੇ ਤਾਂ ਭਗਤ ਨੇ ਉਹ ਜੋ ਮਰਜ਼ੀ ਕਰਨ, ਉਹਨਾਂ ਨੂੰ ਕੋਈ ਕੁਛ ਨਹੀਂ ਕਹੂਗਾ। ਨਹੀਂ ਨਾਲੇ ਸਭ ਤੋਂ ਵੱਡਾ ਸਵਾਲ ਇਹ ਹੈ, ਤੁਸੀਂ ਤਾਂ ਕਦੇ ਕਹੋ ਅੰਦੋਲਨ ਜੀਵੀ, ਕਦੀ ਵੱਖਵਾਦੀ, ਕਦੀ ਅੱਤਵਾਦੀ, ਕਦੇ ਕੁਛ ਤੇ ਕਦੇ ਤਾਂ ਕੁਛ, ਤੇ ਲੋਕ ਆਪਣੇ ਦਿਲ ਦੀ ਗੱਲ ਨਾ ਕਰਨ। ਮਨ ਕੀ ਬਾਤ ਸਿਰਫ ਤੁਹਾਡੀ ਹੋਈ ਹੈ। ਇਹੀ ਤਾਂ ਗੱਲ ਹੈ ਨਾ, ਦੂਜੇ ਦੀ ਮਨ ਕੀ ਬਾਤ ਤੇ ਤੁਸੀਂ ਲਾਤਾ ਸ਼ਿਕੰਜਾ। ਨਾਲੇ ਇੱਕ ਗੱਲ ਹੋਰ ਆ, ਇਹਦੇ ਵਿੱਚ ਇਹ ਵੀ ਗੱਲ ਕਹੀ, ਇੱਕ ਟਰਮ ਇਹ ਵੀ ਯੂਜ਼ ਹੋਈ ਹੈ ਕਿ ਕਿਸੇ ਵੀ ਫੀਮੇਲ ਜਿਹੜੀ ਹੈ ਨਾ, ਉਹਨੂੰ ਤੁਸੀਂ ਗਲਤ ਕੰਟੈਂਟ ਨਹੀਂ ਭੇਜ ਸਕਦੇ, ਉਹਦੇ ਨਾਲ ਤੁਸੀਂ ਅਸ਼ਲੀਲ ਗੱਲਾਂ ਨਹੀਂ ਕਰ ਸਕਦੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ। ਪਰ ਹੁਣ ਤੱਕ ਨਾ ਮੈਂ ਬਹੁਤ ਵਾਰੀ ਇਹ ਚੀਜ਼ ਖੁਦ ਬੀਇੰਗ ਅ ਫੀਮੇਲ ਨੋਟ ਕੀਤੀ ਹੈ ਕਿ ਇੰਡੀਆ ਦੇ ਵਿੱਚ ਵੀ ਵੈਸੇ ਵੀ ਜਨਰਲ ਵੀ ਫੇਕ ਆਈਡੀਜ਼ ਬਹੁਤ ਆਉਂਦੀਆਂ ਨੇ, ਅਸ਼ਲੀਲ ਮੈਸੇਜ ਵੀ ਆਉਂਦੇ ਨੇ। ਤੁਸੀਂ ਚਾਹ ਕੇ ਵੀ ਉਹਨਾਂ ਦੇ ਖਿਲਾਫ ਇੰਡੀਆ ਦੀ ਜੇ ਮੈਂ ਗੱਲ ਕਰਾਂ ਤੇ ਕਿਸੇ ਵੀ IT ਕੰਪਨੀ ਨੂੰ ਜਾਂ IT ਸੈੱਲ ਨੂੰ ਰਿਪੋਰਟ ਨਹੀਂ ਕਰ ਸਕਦੇ। ਜੀ ਬਿਲਕੁਲ, ਬਹੁਤ ਸਾਰੀਆਂ ਚੀਜ਼ਾਂ ਨੇ ਨਾ। ਦੇਖੋ ਅਕਸਰ ਇਸ ਤੋਂ ਪਹਿਲਾਂ ਵੀ ਆਪਾਂ ਵੇਖਿਆ ਕਿ ਬਹੁਤ ਤਰ੍ਹਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਬਣਦੇ ਨੇ, ਪਰ ਜ਼ਮੀਨੀ ਪੱਧਰ ਤੇ ਕਿੰਨੇ ਕੁ ਵਾਕਈ ਇਹ ਸਹੀ ਸਾਬਤ ਹੁੰਦੇ ਨੇ ਤਾਂ ਸਮਾਂ ਦੱਸੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਚਲੋ ਇਹ ਤਾਂ ਹੋ ਗਈਆਂ ਬਹੁਤ ਤਕਨੀਕੀ ਗੱਲਾਂ। ਇਹ ਤਾਂ ਇਹਦੇ ਵਿੱਚ ਕਿਉਂਕਿ ਨਿਊਜ਼ ਪੋਰਟਲਸ ਵੀ ਨੇ, ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਵੈਸੇ ਜੇ ਇੱਕ ਆਮ ਜੈਨਰਿਕ ਜੇ ਆਪਾਂ ਗੱਲ ਕਰੀਏ, ਜੇ ਕਿਤੇ ਭਾਰਤ ਸਰਕਾਰ, ਕਿਉਂਕਿ ਇਹ ਵੀ ਰੌਲਾ ਪੈ ਰਿਹਾ ਸੀ ਨਾ ਕਿ ਹੋ ਸਕਦਾ ਟਵਿੱਟਰ ਬੰਦ ਹੋ ਜਾਏ, ਹੋ ਸਕਦਾ ਇਹ ਹੋ ਜਾਏ ਉਹ ਹੋ ਜਾਏ, ਜੇ ਕਿਤੇ ਸੱਚੀ ਪੂਰੇ ਸੋਸ਼ਲ ਮੀਡੀਆ ਤੇ ਹੀ ਬੈਨ ਲਗਾ ਦੇਵੇ ਫਿਰ? ਉਹੀ ਤਾਂ ਮੈਂ ਸੋਚਦੀ ਪਈ ਆ, ਜੇ ਸੋਸ਼ਲ ਮੀਡੀਆ ਤੇ ਬੈਨ ਲੱਗ ਗਿਆ, ਮੇਰੀ ਭੂਆ ਦੀ ਕੁੜੀ ਨੇ ਅੱਜ ਹੀ ਸੁਸਾਈਡ ਮੌਸੀ। ਇਹ ਕੀ ਮਤਲਬ ਆ? ਹਾਏ ਹਾਏ, ਅਗਲੀ ਦੀ ਐਡਿਕਸ਼ਨ। ਹੋਰ ਕੀ, ਬਹੁਤ ਜ਼ਿਆਦਾ ਐਡਿਕਸ਼ਨ ਹੈ, ਕੱਲੀ ਉਹਨੂੰ ਥੋੜੀ ਆ। ਤੈਨੂੰ ਪਤਾ ਜਦੋਂ ਇਹਨਾਂ ਨੇ ਲੋਕਡਾਊਨ ਕੀਤਾ ਸੀ ਕਿੰਨੇ ਬਚਾਇਆ ਸੀ ਔਰਤਾਂ ਨੂੰ? ਕਿੰਨੇ? ਸੋਸ਼ਲ ਮੀਡੀਆ ਨੇ। ਉਹ ਹਾਂ ਸੱਚ, ਕੱਲ ਦੀਆਂ ਔਰਤਾਂ ਨੂੰ ਨਹੀਂ ਭਾਈ, ਉਦੋਂ ਤਾਂ ਮਰਦਾਂ ਨੂੰ ਵੀ ਆਦਤ ਪੈ ਗਈ ਸੀ, ਕਿਉਂਕਿ ਹੋਰ ਕੁਝ ਸੀਗਾ ਹੀ ਨਹੀਂ ਕਰਨ ਕਰਾਉਣ ਨੂੰ, ਹੈ ਨਾ। ਫਿਰ ਅਗਲੀਆਂ ਨੇ YouTube ਤੇ ਚੀਜ਼ਾਂ ਸਿੱਖੀਆਂ, ਫਿਰ ਜ਼ਬਰਦਸਤੀ 60-70 ਬੰਦਿਆਂ ਨੂੰ ਟੈਗ ਕੀਤੀਆਂ ਵੀ ਤੁਸੀਂ ਵੀ ਖਾਓ, ਲੁਕਿੰਗ ਯੰਮੀ। ਮੈਨੂੰ ਤੇ ਨਾ ਇੱਕ ਗੱਲ ਹੋਰ ਨਹੀਂ ਸਮਝ ਆਉਂਦੀ ਕਿ ਜੇ ਸੋਸ਼ਲ ਮੀਡੀਆ ਤੇ ਫਰਕ ਪੈ ਗਿਆ, ਜੇ ਇਹ ਬੰਦ ਹੋ ਗਿਆ, ਮੈਨੂੰ ਤੂੰ ਦੱਸ, ਜੇ ਮੈਂ ਅੱਜ ਹੁਣੇ ਪਾ ਦਵਾਂ ਕਿ ਫੀਲਿੰਗ ਕੋਲਡ, ਫੀਲਿੰਗ ਫੀਵਰ, ਆ ਜਿਹੜੇ ਮੈਨੂੰ 40-50 ਮੁੰਡੇ ਆ ਕੇ ਸਲਾਹਾਂ ਦਿੰਦੇ ਨੇ, ਭਾਵੇਂ ਮੈਂ ਸੋ ਵੀ ਜਾਵਾਂ, ਉਹ ਕਿੱਦਾਂ ਦਊਗੇ? ਮਸਲਾ ਗੰਭੀਰ ਹੈ ਭਾਈ।
ਦੇਖੋ ਗੱਲ ਇਹ ਹੈ ਰਮਨੀਕ ਜੀ, ਮੈਂ ਤੁਹਾਡੀ ਸਾਰੀ ਦੁੱਖ ਦੀ ਰਗ ਫੜ ਲਈ ਹੈ, ਮੈਂ ਮਸਲੇ ਦੇ ਬਾਰੇ ਚ ਪੂਰੀ ਜਾਣਕਾਰੀ ਹਾਸਲ ਕਰ ਲਈ ਹੈ। ਪੰਗਾ ਇਹ ਹੈ ਨਾ ਕਿ ਇਹ ਜਿਹੜਾ ਸੋਸ਼ਲ ਮੀਡੀਆ ਹੈ ਇਹਦੀ ਸਾਨੂੰ ਆਦਤ ਇੰਨੀ ਪੈ ਗਈ। ਦੇਖੋ ਜੇ ਇਹਦੇ ਤੇ ਬੈਨ ਲੱਗ ਗਿਆ, ਸਾਡੇ ਤਾਂ ਨਵੇਂ ਸੂਟ ਰਹਿ ਗਏ ਨਾ ਅਲਮਾਰੀਆਂ 'ਚ। ਉਹੀ ਤਾਂ ਗੱਲ ਹੈ, ਸਾਡਾ ਤਾਂ ਮੇਕਅਪ ਹੋਊਗਾ ਨਾ ਐਕਸਪਾਇਰ ਪਿਆ। ਹੋਰ ਕੀ, ਅਸੀਂ ਫਿਰ ਪਾਊਟ ਬਣਾ ਕੇ ਕਿਹਨੂੰ ਦਿਖਾਵਾਂਗੇ? ਹਾਏ ਮੇਰੀ ਟਿਕਟੌਕ ਬੈਨ ਕੀਤੀ ਸੀ ਇੰਡੀਆ ਦੇ ਵਿੱਚ, ਮੈਂ ਕੁਝ ਨਹੀਂ ਕਿਹਾ। ਇਹ ਦੁੱਖ ਵੀ ਮਿਸਿਆ, ਓਕੇ ਹੈ ਨਾ। ਹਾਂ, ਇਹਨਾਂ ਨੇ ਹੋਰ ਵੀ PUBG ਬੈਨ ਕੀਤੀ, ਤਾਂ ਵੀ ਅਸੀਂ ਕੁਝ ਨਹੀਂ ਕਿਹਾ, ਬਿਲਕੁਲ ਨਹੀਂ ਕਿਹਾ। ਚਲੋ ਕੋਈ ਗੱਲ ਨਹੀਂ। ਜੇ ਇਹਨਾਂ ਨੇ ਫੇਸਬੁੱਕ, ਇੰਸਟਾ ਔਰ ਇਹ WhatsApp, ਸਨੈਪਚੈਟ ਜੇ ਇਹਨਾਂ ਨੂੰ ਕੁਝ ਕਿਹਾ ਨਾ ਟਵਿੱਟਰ ਦੀ ਤੇ ਗੱਲ ਹੀ ਛੱਡ ਦੋ, ਉੱਥੇ ਆਪਾਂ ਫੋਟੋਆਂ ਨਹੀਂ ਪਾਉਂਦੇ, ਉੱਥੇ ਸਿਆਣੀਆਂ ਗੱਲਾਂ ਹੁੰਦੀਆਂ। ਇਹਨਾਂ ਗੱਲਾਂ ਨੂੰ ਉੱਥੇ ਵੈਸੇ ਵੀ ਕੰਗਣਾ ਰਣੌਤ ਬੈਠੀ, ਉੱਥੇ ਕੰਗਣਾ ਰਣੌਤ ਬੈਠੀ, ਮੈਂ ਉਹਨੂੰ ਮੂੰਹ ਲਾ ਕੇ ਦੱਸ ਦਿੰਦੀ ਹੈਨਾ। ਤੇ ਮੈਂ ਇਹਨਾਂ ਤਿੰਨਾਂ ਪਲੇਟਫਾਰਮ ਤੇ ਜੇ ਇਹਨਾਂ ਨੇ ਬੈਨ ਲਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਅਸੀਂ ਔਰਤਾਂ ਸੜਕਾਂ ਤੇ ਉਤਰਾਂਗੀਆਂ। ਸੰਘਰਸ਼ ਹੋਏਗਾ, ਬਿਲਕੁਲ ਹੋਏਗਾ। ਹਾਂਜੀ ਹਾਂਜੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਵੈਸੇ ਨਾ ਮੇਰਾ ਖਿਆਲ ਹੁਣ ਗਿਆ ਸਨੈਪਚੈਟ ਵੱਲ ਨੂੰ। ਅੱਛਾ, ਜਿਹੜੇ ਮੂੰਹ ਬਣਾਉਣੇ ਅਸਲ ਦੇ ਵਿੱਚ ਤਾਂ ਅਸੀਂ ਸਨੈਪਚੈਟ ਤੋਂ ਸਿੱਖੇ ਯਾਰ ਨਾ। ਮੈਂ ਤੈਨੂੰ ਸਹੀ ਗੱਲ ਦੱਸਾਂ, ਹਾਂ, ਜੁਐਲਰੀ ਦਾ ਖਰਚਾ ਬਚ ਜਾਂਦਾ ਹੈ, ਲਿਪਸਟਿਕ ਦਾ ਖਰਚਾ ਬਚ ਜਾਂਦਾ, ਫੁੱਲਾਂ ਦਾ ਖਰਚਾ ਬਚ ਜਾਂਦਾ ਹੈ। ਜਿਹੜੇ ਕਦੀ ਗੇਂਦੇ ਦੇ ਫੁੱਲ ਲੱਗ, ਕਦੀ ਕਲੀਆਂ ਲੱਗ, ਕਦੀ ਗੁਲਾਬ ਲੱਗ, ਕਦੀ ਕਦੀ ਨੱਕ ਤੇ ਨੱਥ ਪੈ, ਕਦੇ ਕੁਛ ਤੇ ਹੋਰ ਤਾਂ ਹੋਰ। ਸਨੈਪਚੈਟ ਨੇ ਤਾਂ ਸਾਡਾ ਅੱਧਿਓਂ ਜ਼ਿਆਦਾ ਮੇਕਅਪ ਦਾ ਖਰਚਾ ਵੀ ਬਚਾਇਆ ਸੀ, ਕਿਉਂਕਿ ਉੱਥੇ ਤਾਂ ਸਾਨੂੰ ਮੇਕਅਪ ਤੋਂ ਬਿਨਾਂ ਹੀ ਫਿਲਟਰ ਦੇ ਨਾਲ ਹੀ ਏਡੀ ਖਿੱਲੀ ਤਵਚਾ ਮਿਲਦੀ ਹੈ, ਪੁੱਛੋ ਹੀ ਕੁਛ ਨਾ। ਤੇ ਜੇ ਉਹ ਵੀ ਬੰਦ ਹੋ ਗਿਆ ਤੇ ਫੇਰ ਤੈਨੂੰ ਪਤਾ ਜਦੋਂ ਜਿਨ੍ਹਾਂ ਦਿਨਾਂ ਦੇ ਵਿੱਚ ਨਾ ਮੇਰੇ ਕੋਲ ਮਾੜਾ ਜਿਹਾ ਐਂਡਰੋਇਡ ਫੋਨ ਹੁੰਦਾ ਸੀ, ਜਿਹਦੇ ਚ ਕੈਮਰੇ ਚ ਕੋਈ ਫਿਲਟਰ ਵੀ ਨਹੀਂ ਸੀ, ਮੈਨੂੰ ਪਹਿਲਾਂ ਬਿਊਟੀ ਐਪ ਡਾਊਨਲੋਡ ਕਰਨੀ ਪੈਂਦੀ ਸੀ। ਫਿਰ ਬਿਊਟੀ ਐਪ ਵੀ, ਚਲੋ ਮੈਂ ਕਿਸੇ ਵੇਲੇ ਸੋਚਣਾ ਵੀ ਬਿਊਟੀ ਐਪ ਵੀ ਬਹੁਤੀ ਕਾਰਗਰ ਨਹੀਂ ਹੈਗੀ, ਫਿਰ ਮੈਨੂੰ ਸਹਾਰਾ ਦਿੱਤਾ ਸੀ ਇੰਸਟਾਗ੍ਰਾਮ ਦੇ ਫਿਲਟਰਸ ਨੇ ਤੇ ਸਨੈਪਚੈਟ ਦੇ ਫਿਲਟਰਸ ਨੇ। ਜੇ ਇਹ ਵੀ ਸਹਾਰਾ ਸਾਡਾ ਖੋ ਲਿਆ, ਤੁਸੀਂ ਦੱਸੋ ਅਸੀਂ ਦੁਨੀਆ ਨੂੰ ਮੂੰਹ ਦਿਖਾਵਾਂਗੇ? ਉੱਤੋਂ ਜ਼ੁਲਮ ਇਹ ਕਹਿੰਦੇ ਨੇ ਜੀ ਆਪਣੇ ਆਧਾਰ ਕਾਰਡ ਦਿਓ, ਇਹਨਾਂ ਕੋਲ ਸਾਡੀ ਅਸਲੀ ਫੋਟੋ ਚੱਲ ਜਾਣੀ। ਨਹੀਂ, ਨਾਲੇ ਕੱਲ ਇਹਨਾਂ ਨੇ ਉਹ ਫੋਟੋ ਨਸ਼ਰ ਕਰਤੀ। ਫਿਰ ਇੰਨੇ ਵੱਡੇ ਦੁੱਖ ਨੂੰ ਤੁਸੀਂ ਕੀ ਜਾਣੋ ਸਰਕਾਰ ਜੀ। ਵੈਸੇ ਆਧਾਰ ਕਾਰਡ ਵਾਲੀ ਗੱਲ ਮੈਨੂੰ ਖਤਰਨਾਕ ਲੱਗ ਰਹੀ ਹੈ, ਬਹੁਤ ਜ਼ਿਆਦਾ ਖਤਰਨਾਕ। ਮਤਲਬ ਬੰਦੇ ਨੂੰ ਦੁਨੀਆ 'ਚ ਹੋਰ ਕਿਸੇ ਚੀਜ਼ ਤੋਂ ਇੰਨਾ ਡਰ ਨਹੀਂ ਲੱਗਦਾ ਜਿੰਨਾ ਆਪਣਾ ਆਧਾਰ ਕਾਰਡ ਕਿਸੇ ਦੇ ਅੱਗੇ ਰੱਖਣ ਤੋਂ ਲੱਗਦਾ ਹੈ। ਉਹ ਵੀ ਇਹ ਨਹੀਂ ਕਿ ਉਹਦਾ ਨੰਬਰ ਕੋਈ ਦੇਖ ਲਊਗਾ ਆਧਾਰ ਕਾਰਡ ਦਾ, ਇਸ ਲਈ ਕਿ ਉਹ ਸੜੀ ਜੀ ਫੋਟੋ ਵੇਖ ਲਊਗਾ ਕੋਈ। ਹੋਰ ਤਾਂ ਹੋਰ, ਤੈਨੂੰ ਪਤਾ ਜਿਹੜੇ ਇੰਨੇ ਮੁੰਡੇ ਸਾਨੂੰ ਪ੍ਰਪੋਜ਼ਾ ਮਾਰਦੇ ਨੇ ਉਹ ਕਿੱਥੇ ਜਾਣਗੇ? ਵਿਚਾਰਿਆਂ ਦਾ ਤੇ ਦਿਲ ਹੀ ਇਦਾਂ ਦੀਆਂ ਨਜ਼ਰਾਂ ਦੇ ਨਾਲ ਨਾ ਦੇਖ ਕੁੜੀਏ, ਨਾ ਦੇਖ। ਮੈਂ ਤਾਂ ਇਸ ਗੱਲੋਂ ਹੈਰਾਨ ਆ ਵੀ ਜਦੋਂ ਨਿਆਣੇ ਆਪਣੀ ਮੰਮੀ ਦੀ ਉਸ ਆਧਾਰ ਕਾਰਡ ਵਾਲੀ ਫੋਟੋ ਨੂੰ ਫੇਸਬੁੱਕ ਤੇ ਵੇਖਣਗੇ ਤੇ ਉਹ ਪੁੱਛਣਗੇ ਮੰਮੀ ਅਸਲੀ 'ਚ ਤੁਸੀਂ ਇਹੋ ਜਿਹੇ ਹੋ? ਤੇ ਹੋਰ ਤਾਂ ਹੋਰ, ਤੈਨੂੰ ਮੈਂ ਕੀ ਦੱਸਾਂ, ਘਰ ਵਾਲੇ ਨਹੀਂ ਪਛਾਣਦੇ ਕਦੀ। ਖੂਬਸੂਰਤੀ ਤੋਂ ਵਿਸ਼ਵਾਸ ਉੱਠ ਜਾਣਾ ਜੀ। ਮੈਂ ਕਹਿੰਨੀ ਆ ਵੀ ਇਹ ਤਾਂ ਸੱਚੀ ਗੱਲ ਹੈ ਵੀ ਅਨਰਥ ਹੋ ਜਾਏਗਾ, ਅਨਰਥ ਵਰਗਾ ਅਨਰਥ। ਹਾਂ, ਜਿਹੜੀ ਗਰੁੱਪਾਂ ਦੇ ਵਿੱਚ ਅਸੀਂ ਲੇਡੀਜ਼ ਵਾਚ ਪਾਰਟੀਆਂ ਲਾਉਂਦੀਆਂ ਵਾ, ਜਦੋਂ ਕਿਤੇ ਘਰ ਦੇ ਵਾਚ ਪਾਰਟੀਜ਼, ਤੈਨੂੰ ਪਤਾ ਨਹੀਂ ਹਾਏ ਕਿਹੜੀ ਦੁਨੀਆ 'ਚ ਰਹਿੰਦੀ ਆ ਲੋਕੋ। ਹਾਲੇ ਤਾਂ ਚੈਟ ਰੂਮ ਦੀ ਵੀ ਗੱਲ ਕਰਨੀ ਹੋਣੀ ਆ ਤੁਸੀਂ, ਪ੍ਰਾਈਵੇਟ ਗੱਲਾਂ ਨਹੀਂ ਕਰਨੀਆਂ ਇੱਥੇ। ਮੈਨੂੰ ਨਹੀਂ ਪਤਾ ਭਾਈ, ਮੈਂ ਤਾਂ ਨਾਮ ਹੀ ਸੁਣੇ ਨੇ। ਤੈਨੂੰ ਪਤਾ ਜੇ ਸੋਸ਼ਲ ਮੀਡੀਆ ਤੇ ਬੈਨ ਲੱਗ ਗਿਆ, ਜਿੰਨੇ ਵੀ ਅਖੌਤੀ ਕਵੀ ਨੇ ਜਿਹੜੇ ਕਾਪੀ ਪੇਸਟ ਮਾਰਦੇ ਨੇ, ਖਲਾਰ ਕਵਿਤਾ ਲਿਖਦੇ ਨੇ, ਐਸੀ ਕਵਿਤਾ ਬੰਦਾ ਦਿਲ ਕਰਦਾ ਯਾਰ ਇਹ ਇੰਨਾ ਖਲਾਰਾ ਸਮੇਟਿਆ ਕਿਵੇਂ ਜਾਏਗਾ। ਹੋਰ ਤਾਂ ਹੋਰ, ਤੈਨੂੰ ਪਤਾ ਬਹੁਤੀਆਂ ਕਵਿਤਾਵਾਂ ਤੇ ਕਿਸੇ ਦੀ ਪੋਸਟ ਚੁਰਾਈ ਹੁੰਦੀ ਹੈ। ਔਰ ਮੈਨੂੰ ਹੈਰਾਨੀ ਹੁੰਦੀ ਆ ਉਹਨਾਂ ਲੋਕਾਂ ਤੇ ਜਿਹੜੇ ਉਸ ਤੋਂ ਬਾਅਦ ਥੱਲੇ ਉਹਨਾਂ ਦਾ ਨਾਂ ਵੀ ਮੈਂਸ਼ਨ ਕਰਨਾ ਜ਼ਰੂਰੀ ਨਹੀਂ ਸਮਝਦੇ। ਲੋੜ ਕੀ ਹੈ ਪਾਗਲ, ਆਪਣਾ ਰੁਤਬਾ ਵੱਧਦਾ ਆਪਣੇ ਤੇਰੇ ਲਾਇਕ
ਲਾਇਕ ਤੇਰੇ, ਮੇਰੇ ਲਾਇਕ ਮੇਰੇ। ਦੇਖੋ ਜਿੰਨੀ ਵਿਵਧਤਾ ਉੱਥੇ ਦਿਖਦੀ ਆ ਨਾ, ਕਿਤੇ ਨਹੀਂ ਮਿਲਦੀ ਉਨੀ, ਮੈਂ ਤੁਹਾਨੂੰ ਦੱਸਾਂ। ਔਰ ਕਈ ਵਾਰ ਤਾਂ ਕਈ ਬੰਦਿਆਂ ਨੇ ਐਸੀ ਧੂ ਕਾਲਜੇ ਪਾਉਣ ਵਾਲੀ ਸ਼ਾਇਰੀ ਲਿਖੀ ਹੁੰਦੀ ਹੈ ਨਾ, ਇਹੋ ਜੀ ਸ਼ਾਇਰੀ ਲਿਖੀ ਹੁੰਦੀ ਹੈ ਕਿ ਦਿਲ ਕਰਦਾ ਵੀ ਪਹਿਲਾਂ ਮੈਂ ਆਪਣੇ ਸਾਰੇ ਕੰਮਕਾਜ ਛੱਡ ਕੇ ਨਾ ਇਹਦਾ ਮਹਿਬੂਬ ਹੀ ਇਹਨੂੰ ਲੱਭ ਕੇ ਦਿਆਂ। ਹਾਏ ਸੱਚੀ, ਕਦੀ ਕਦੀ ਮੈਂ ਆਪ ਬੜਾ ਸੋਚਦੀ ਆ। ਅੱਛਾ, ਹੋਰ ਤਾਂ ਗੱਲਾਂ ਦੀਆਂ ਗੱਲਾਂ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕੱਲ ਨੂੰ ਸਾਨੂੰ ਕੋਈ ਢਿੱਡ ਪੀੜ ਹੋਵੇ, ਕੋਈ ਦੁੱਖ ਤਕਲੀਫ ਹੋਵੇ, ਅਸੀਂ ਕਿਹਨੂੰ ਅਟੈਕ ਕਰਿਆ ਕਰਾਂਗੇ? ਨਹੀਂ, ਉਹ ਤਾਂ ਤੁਸੀਂ ਛੱਡੋ। ਹੋਰ ਤਾਂ ਹੋਰ, ਜਿਹੜਾ ਅਸੀਂ 100 ਲੋਕਾਂ ਨੂੰ ਸਾੜਨਾ ਹੁੰਦਾ ਹੈ ਕਿ ਘੁੰਮ ਰਹੇ ਆ ਫਲਾਣੀ ਥਾਂ, ਈਟਿੰਗ ਫਲਾਣੀ ਥਾਂ, ਵਿਦ ਫਲਾਣੀ ਥਾਂ, ਹਨਾ, ਜਾਂ ਵਿਦ ਫਲਾਣਾ ਫਲਾਣਾ, ਉਹ ਸਾਰਾ ਸਾੜਾ ਕਿਵੇਂ ਪਾਵਾਂਗੇ? ਉਹੀ ਤਾਂ ਗੱਲ ਹੈ। ਅੱਛਾ, ਸਾੜੇ ਤੋਂ ਯਾਦ ਆਈ ਇੱਕ ਹੋਰ ਗੱਲ, ਤੂੰ ਮੇਰੀ ਪੋਸਟ ਤੇ ਲਾਈਕ ਨਹੀਂ ਕੀਤਾ, ਚੱਕ ਅਨਫੋਲੋ। ਓਏ ਬਲੌਕ ਆ ਸਾੜਾ ਕਿੱਥੇ ਕੱਢਾਂਗੇ? ਸੋ ਸਰਕਾਰ ਜੀ, ਮੇਰੀ ਮੰਨੋ ਤੇ ਵੀ ਕੰਮ ਸਰਕਾਰ ਕਰੋ, ਥੋੜਾ ਜਿਹਾ ਭਲਾ ਸਾਡੇ ਗਰੀਬਾਂ ਤੇ ਵੀ ਕਰੋ। ਬਿਲਕੁਲ। ਤੇ ਮੈਂ ਕਹਿੰਦੀ ਆ ਵੀ ਹੁਣ ਆਪਾਂ ਵਾਰ-ਵਾਰ ਨਾ ਕਹੀ ਜਾਈਏ ਵੀ ਜੇ ਬਲੌਕ ਹੋ ਗਿਆ, ਜੇ ਬਲੌਕ ਹੋ ਗਿਆ, ਜੇ ਸੋਸ਼ਲ ਮੀਡੀਆ ਬੰਦ ਹੋ ਗਿਆ। ਕਈ ਵਾਰ ਕਹਿੰਦੇ ਹੁੰਦੇ ਕਈ ਹੋਈ ਗੱਲ ਸੱਚ ਹੋ ਜਾਂਦੀ ਹੈ, ਇਸ ਕਰਕੇ ਆਪਾਂ ਆਪਣੀ ਕਹਿਣਾ ਹਾਂ ਸ਼ੁਭ ਸ਼ੁਭ ਬੋਲੋ, ਕੁਛ ਨਹੀਂ ਹੁੰਦਾ। ਹਾਂ ਬਸ ਉਹ ਜਿਹੜਾ ਸ਼ਿਕੰਜਾ ਕੱਸਿਆ ਸਰਕਾਰ ਨੇ, ਉਹ ਖਬਰਾਂ ਸੱਚੀਆਂ ਨੇ, ਪਰ ਆ ਜਿਹੜੀਆਂ ਬਾਅਦ ਚ ਅਸੀਂ ਕੀਤੀਆਂ ਬਿਲਕੁਲ ਸੱਚੀਆਂ ਨਾ ਹੋਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਤੇ ਫਿਲਹਾਲ ਹੁਣ ਆਪਾਂ ਚੱਲੀਏ। ਬਿਲਕੁਲ ਜੀ, ਦਿਓ ਇਜਾਜ਼ਤ ਮੈਨੂੰ ਰਵਨੀਕ ਨੂੰ ਤੇ ਮੈਨੂੰ ਹਰਮਨਪ੍ਰੀਤ ਕੌਰ ਨੂੰ। ਤੇ ਇਸੇ ਤਰ੍ਹਾਂ ਹੀ ਸੁਣਦੇ ਰਹੋ ਪੰਜਾਬੀ ਰੇਡੀਓ USA।